ਸਾਹਿਬ ਜੀ। ਸਾਧ ਸੰਗਤ, ਸਾਡਾ ਇਹ ਜੋ ਜੀਵਨ ਹੈ, ਇਹਦੇ ਵਿੱਚ ਅਸੀਂ ਕਦੀ ਵੀ ਇਕੱਲੇ ਨਹੀਂ ਰਹਿ ਸਕਦੇ, ਕਿਉਂਕਿ ਜੋ ਮਨੁੱਖ ਹੈ ਉਹ ਇੱਕ ਸਮਾਜਿਕ ਪ੍ਰਾਣੀ ਹੈ ਤੇ ਸਮਾਜ ਤੋਂ ਬਿਨਾਂ ਇਹਦਾ ਗੁਜ਼ਾਰਾ ਨਹੀਂ ਹੈ। ਸਮਾਜ ਦੇ ਵਿੱਚ ਰਹਿ ਕਰਕੇ ਮਨੁੱਖ ਆਪਣੇ ਆਪ ਨੂੰ ਚਲਾਉਂਦਾ ਹੈ। ਸ਼ੁਰੂ ਤੋਂ ਹੀ ਇਹ ਹੁੰਦਾ ਆਇਆ ਹੈ। ਜਦੋਂ ਲੋਕ ਕਬੀਲਿਆਂ ਆਦਿਕ 'ਚ ਰਹਿੰਦੇ ਹੁੰਦੇ ਸਨ, ਉਦੋਂ ਵੀ ਇਹੀ ਹਾਲਾਤ ਸਨ। ਹੁਣ ਵੀ ਸਮਾਜ ਦੇ ਵਿੱਚ ਅਸੀਂ ਸਾਰੇ ਰਹਿੰਦੇ ਹਾਂ ਤੇ ਸਮਾਜ ਦੀਆਂ ਚੰਗਿਆਈਆਂ ਅਤੇ ਬੁਰਾਈਆਂ ਜਿਹੜੀਆਂ ਉਹ ਸਾਡੇ ਮਨ ਤੇ ਪ੍ਰਭਾਵ ਪਾਉਂਦੀਆਂ। ਜੇ ਅਸੀਂ ਚੰਗਿਆਂ ਮਨੁੱਖਾਂ ਦੇ ਕੋਲ ਬੈਠਦੇ ਹਾਂ, ਉਹਨਾਂ ਦੀਆਂ ਗੱਲਾਂ ਵੀ ਸਾਨੂੰ ਪ੍ਰਭਾਵਿਤ ਕਰਦੀਆਂ। ਜੇ ਅਸੀਂ ਮਾੜੇ ਮਨੁੱਖਾਂ ਦੇ ਕੋਲ ਬੈਠਦੇ ਹਾਂ, ਉਹਨਾਂ ਦੀਆਂ ਗੱਲਾਂ ਵੀ ਸਾਨੂੰ ਪ੍ਰਭਾਵਿਤ ਕਰਦੀਆਂ। ਇਹ ਸੁਭਾਵਿਕ ਹੈ। ਤੇ ਸਮਾਜ ਦੇ ਵਿੱਚ ਸਾਧ ਸੰਗਤ, ਅਸੀਂ ਆਪਣੇ ਆਪ ਨੂੰ ਇਕੱਲੇ ਨਹੀਂ ਰੱਖ ਸਕਦੇ। ਕਦੀ ਨਹੀਂ ਹੋ ਸਕਦਾ ਕਿ ਕੋਈ ਮਨੁੱਖ ਇਕੱਲਾ ਰਹਿ ਜਾਵੇ। ਅਜੋਕੇ ਦੌਰ ਦੇ ਵਿੱਚ ਤੁਸੀਂ ਦੇਖਦੇ ਹੋ, ਜੋ ਮਨੋਰੰਜਨ ਦੇ ਸਾਧਨ ਬਣਾਏ ਉਹ ਕਾਹਦੇ ਵਾਸਤੇ ਬਣਾਏ ਆ ਸਾਧ ਸੰਗਤ, ਕਿ ਮਨੁੱਖ ਜਿਹੜਾ ਹੈ ਉਹ ਆਪਣੇ ਆਪ ਨੂੰ ਇਕੱਲਾ ਨਹੀਂ ਛੱਡ ਸਕਦਾ। ਇਸ ਕਰਕੇ ਉਹਦੇ ਵਾਸਤੇ ਮਨੋਰੰਜਨ ਦੇ ਸਾਧਨ ਬਣਾ ਦਿੱਤੇ ਕਿ ਜੇ ਮਨੁੱਖ ਦੇ ਕੋਲ ਕੋਈ ਦੂਸਰਾ ਮਨੁੱਖ ਨਹੀਂ ਹੈ ਤੇ ਉਸ ਮਨੋਰੰਜਨ ਦੇ ਸਾਧਨ ਦੇ ਦੁਆਰਾ ਦੂਸਰਿਆਂ ਦੇ ਨਾਲ ਕਮਿਊਨੀਕੇਟ ਕਰ ਸਕੇ, ਉਹਨਾਂ ਦੇ ਨਾਲ ਆਪਣਾ ਸੰਬੰਧ ਜੋੜੀ ਰੱਖੇ। ਅਜੋਕੇ ਦੌਰ ਦੇ ਵਿੱਚ ਸੋਸ਼ਲ ਮੀਡੀਆ ਆਦਿ ਇਹੀ ਹੈ। ਤੇ ਸਾਧ ਸੰਗਤ, ਮੈਂ ਗੱਲ ਕਹਿਣੀ ਚਾਹੁੰਦਾ ਹੈ ਕਿ ਹਰ ਸਮਾਜ ਦੀ ਕੋਈ ਵੀ ਗੱਲ ਹੈ ਉਹ ਕਿਸੇ ਨਾ ਕਿਸੇ ਤਰ੍ਹਾਂ ਸਾਡੇ ਮਨ ਤੇ ਪ੍ਰਭਾਵ ਪਾਉਂਦੀ ਜ਼ਰੂਰ ਹੈ। ਤੇ ਸਤਿਗੁਰਾਂ ਨੇ ਇਸੇ ਹੀ ਗੱਲ ਨੂੰ ਸੰਗਤ ਕਿਹਾ ਹੈ ਗੁਰਬਾਣੀ ਦੇ ਅੰਦਰ। ਸੰਗਤ, ਤੇ ਇਹ ਸੰਗਤ ਮਾੜੀ ਵੀ ਹੋ ਸਕਦੀ ਹੈ ਤੇ ਚੰਗੀ ਵੀ ਹੋ ਸਕਦੀ ਹੈ। ਮਾੜੀ ਵਾਸਤੇ ਸ਼ਬਦ ਕੁਸੰਗਤ ਵਰਤ ਲੈਨੇ ਆਪਾਂ ਤੇ ਚੰਗੀ ਵਾਸਤੇ ਸੰਗਤ ਵਰਤਿਆ ਜਾਂਦਾ। ਪਰ ਉਸ ਤੋਂ ਵੀ ਸਰਮੌਰ ਇੱਕ ਸੰਗਤ ਹੈ ਜਿਹਦੇ ਵਾਸਤੇ ਸਤ ਸੰਗਤ ਸ਼ਬਦ ਆਇਆ ਗੁਰਬਾਣੀ ਦੇ ਅੰਦਰ। ਸਤ ਸੰਗਤ, ਜਿੱਥੇ ਉਹ ਸੱਚੇ ਵਾਹਿਗੁਰੂ ਦੀਆਂ ਕਥਾ ਕਹਾਣੀਆਂ ਹੋਣ, ਉਹਨੂੰ ਸਤ ਸੰਗਤ ਕਿਹਾ ਜਾਂਦਾ ਹੈ। ਤੇ ਸਤਿਗੁਰਾਂ ਨੇ ਇਹ ਸਾਨੂੰ ਇੱਕ ਰਸਤਾ ਦੱਸਿਆ। ਸਾਧ ਸੰਗਤ, ਸੰਸਾਰ ਦੇ ਲੋਕ ਕੀ ਕਰਦੇ ਸਨ ਕਿ ਜਦੋਂ ਉਹ ਆਪਣੇ ਮਨ ਨੂੰ ਨਹੀਂ ਸੀ ਜਿੱਤ ਸਕਦੇ, ਵਿਕਾਰਾਂ ਤੋਂ ਖਹਿੜਾ ਨਹੀਂ ਸੀ ਛੁਡਾ ਸਕਦੇ, ਉਹ ਫਿਰ ਕੀ ਕਰਦੇ ਸਨ? ਆਪਣੇ ਆਪ ਦਾ ਤਿਆਗ ਕਰਕੇ, ਸੰਸਾਰ ਦੇ ਪਦਾਰਥਾਂ ਦਾ ਤਿਆਗ ਕਰਕੇ, ਸੰਸਾਰ ਨੂੰ ਛੱਡ ਕੇ ਭਗਤੀ ਕਰਨ ਵਾਸਤੇ ਜੰਗਲ ਪਹਾੜਾਂ ਵੱਲ ਨਿਕਲ ਜਾਂਦੇ ਸਨ। ਬੜਾ ਸਮਾਂ ਉੱਥੇ ਕੱਟਣਾ, ਇਕੱਲਿਆਂ ਰਹਿ ਕੇ ਰੱਬ ਨੂੰ ਯਾਦ ਕਰਨਾ। ਤੇ ਕਈ ਐਸੇ ਹੁੰਦੇ ਸਨ ਫਿਰ ਵਾਪਸ ਸੰਸਾਰ 'ਚ ਆ ਜਾਂਦੇ ਸਨ। ਗੱਲ ਨਹੀਂ ਸੀ ਬਣਦੀ। ਰਸਤਾ ਬੜਾ ਕਠਿਨ ਸੀ, ਇਕੱਲਿਆਂ ਰਹਿਣਾ ਬਹੁਤ ਔਖਾ। ਤੇ ਸਤਿਗੁਰਾਂ ਨੇ ਸਾਨੂੰ ਇੱਕ ਨਾ ਬੜਾ ਸੁੰਦਰ ਰਸਤਾ ਦਿੱਤਾ ਹੈ, ਸਤ ਸੰਗਤ, ਜਿਹਦੀ ਗੱਲ ਸਤਿਗੁਰੂ ਅੱਜ ਦੇ ਇਸ ਪਾਵਨ ਸ਼ਬਦ ਦੁਆਰਾ ਕਰਦੇ। ਸ਼ਬਦ ਦੇ ਅੰਦਰ ਉਦਾਹਰਨਾਂ ਵੀ ਹਨ ਸਾਧ ਸੰਗਤ। ਇਸ ਕਰਕੇ ਆਪਾਂ ਸ਼ਬਦ ਦੀ ਆਰੰਭਤਾ ਵੀ ਜਲਦੀ ਕਰਨੀ ਹੈ। ਮੈਂ ਤਾਂ ਬੇਨਤੀ ਕਰ ਰਿਹਾ ਤਾਂ ਕਿ ਵਿਸ਼ਾ ਜਿਹੜਾ ਉਹ ਪਕੜ ਦੇ ਵਿੱਚ ਆ ਜਾਵੇ। ਸੰਸਾਰ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਰਹਿਣ ਦਾ ਇੱਕ ਤਰੀਕਾ ਸਿਖਾਇਆ ਹੈ ਕਿ ਗੁਰਸਿੱਖਾ, ਜੇ ਤੂੰ ਸੰਸਾਰ ਦੇ ਵਿੱਚ ਰਹਿਣਾ ਹੈ, ਇੱਥੇ ਕੁਸੰਗਤ ਵੀ ਤੈਨੂੰ ਮਿਲਣੀ ਹੈ, ਇੱਥੇ ਸੰਗਤ ਵੀ ਮਿਲਣੀ ਹੈ, ਤੇ ਇੱਥੇ ਸਤ ਸੰਗਤ ਵੀ ਮਿਲਣੀ ਹੈ। ਸਿਰਮੌਰ ਹੈ ਸਤ ਸੰਗਤ। ਜੇ ਸਤ ਸੰਗਤ ਦੇ ਵਿੱਚ ਆਵੇਂਗਾ, ਤੇਰਾ ਜੀਵਨ ਤਬਦੀਲ ਹੋ ਜਾਵੇਗਾ, ਬਦਲ ਜਾਵੇਗਾ। ਉਹ ਕਿਵੇਂ ਬਦਲੇਗਾ, ਉਹ ਸਤਿਗੁਰੂ ਜੀ ਅੱਜ ਇਸ ਪਾਵਨ ਸ਼ਬਦ ਦੇ ਅੰਦਰ ਬਖਸ਼ਿਸ਼ ਕਰਦੇ। ਸਤ ਸੰਗਤ ਦੇ ਵਿੱਚ ਜੀਵਨ ਦੀ ਤਬਦੀਲੀ ਕੀ ਹੈ। ਤੇ ਸਾਧ ਸੰਗਤ, ਸੰਗਤ ਹਰੇਕ ਨੂੰ ਨਹੀਂ ਜੇ ਮਿਲਦੀ, ਇਹ ਵੀ ਧਿਆਨ ਦੇਣਾ। ਸਤਿਗੁਰਾਂ ਨੇ ਕਿਹਾ ਉਹ ਵਡਭਾਗੀ ਹਨ ਜਿਨ੍ਹਾਂ ਨੂੰ ਸੰਗਤ ਮਿਲਦੀ ਹੈ।
ਵਡਭਾਗੀ ਸਤ ਸੰਗਤ ਪਾਵੈ, ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਵਡਭਾਗੀ ਸਤ ਸੰਗਤ ਪਾਵੇ, ਭਾਗਹੀਨ ਜਮ ਚੋਟਾਂ ਖਾਵੇ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਬਿਨਾਂ ਭਾਗਾਂ ਤੋਂ ਨਹੀਂ। ਆ ਦੇਖਿਓ ਤੁਸੀਂ ਸਾਧ ਸੰਗਤ, ਕਿਸੇ ਨੇ ਕੋਈ ਮਾੜਾ ਕਰਮ ਸਿੱਖਣਾ ਹੋਵੇ, ਉਹਦੇ ਵਾਸਤੇ ਕਿਸੇ ਪ੍ਰਕਾਰ ਦੀ ਕਿਸੇ ਨੂੰ ਟ੍ਰੇਨਿੰਗ ਲੈਣ ਦੀ ਜ਼ਰੂਰਤ ਨਹੀਂ ਪੈਂਦੀ। ਆ ਕਿਸੇ ਨੇ ਚੋਰੀ ਸਿੱਖਣੀ ਹੋਵੇ, ਪਾਪ ਕਮਾਉਣੇ ਹੋਣ, ਆ ਕਿਸੇ ਵੀ ਗਲੀ ਮਹੱਲੇ ਦੇ ਮੋੜ ਤੇ ਖੜ ਜਾਵੇ, ਉੱਥੇ ਉਹਨੂੰ ਉਹਦੇ ਵਰਗੇ ਕਈ ਮਿਲ ਜਾਂਦੇ। ਉਹਦੇ ਵਾਸਤੇ ਕੋਈ ਵਿਸ਼ੇਸ਼ ਤੌਰ ਤੇ ਕਲਾਸਾਂ ਲੈਣ ਦੀ ਜ਼ਰੂਰਤ ਨਹੀਂ ਪੈਂਦੀ। ਪਰ ਜੇ ਮਨੁੱਖ ਨੇ ਆਪਣੇ ਜੀਵਨ ਨੂੰ ਉੱਚਾ ਚੁੱਕਣਾ, ਉਹਦੇ ਵਾਸਤੇ ਸਾਨੂੰ ਧਾਰਮਿਕ ਸਥਾਨਾਂ ਵੱਲ ਨੂੰ ਤੁਰਨਾ ਪੈਂਦਾ ਹੈ, ਸੰਗਤ ਕਰਨੀ ਪੈਂਦੀ ਹੈ, ਚੰਗਿਆਂ ਲੋਕਾਂ ਕੋਲ ਬਹਿਣਾ ਪੈਂਦਾ। ਤੇ ਸਤਿਗੁਰੂ ਕਹਿੰਦੇ, ਭਾਈ ਗੁਰਸਿੱਖਾ, ਜੇ ਤੇਰੇ ਜੀਵਨ ਦੇ ਵਿੱਚ ਬਦਲਾਅ ਚਾਹੁੰਦਾ ਹੈ ਕਿ ਮੇਰਾ ਜੀਵਨ ਬਦਲ ਜਾਵੇ, ਤੇ ਸੰਗਤ ਕਰਿਆ ਕਰ। ਸੰਗਤ ਤੇਰੇ ਵਾਸਤੇ ਬੜੀ ਜ਼ਰੂਰੀ ਹੈ। ਸਤਿਗੁਰੂ ਕਿਹਦੀ ਸੰਗਤ ਜ਼ਰੂਰੀ ਹੈ? ਮਾਰੇ ਕਹਿੰਦੇ ਸਾਧੂ ਗੁਰੂ ਦੀ ਸੰਗਤ, ਜਾਂ ਉਹਨਾਂ ਜੁੜਿਆਂ ਦੀ ਸੰਗਤ ਜਿਹੜੇ ਆਪ ਵੀ ਜਪਦੇ ਆ ਤੇ ਦੂਸਰਿਆਂ ਨੂੰ ਜਪਾਉਂਦੇ। ਰਹਾਉ ਦਾ ਬੰਦ ਹੈ। ਸਤਿਗੁਰੂ ਜੀ ਕਹਿੰਦੇ, ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ ਮੇਰੇ ਮਿੱਤਰ। ਹੇ ਗੁਰਸਿੱਖ ਪ੍ਰੇਮੀ, ਜੇ ਤੂੰ ਸਾਡੇ ਕੋਲ ਆਇਆ ਹੈ, ਅੱਜ ਤੈਨੂੰ ਮੈਂ ਮਹਿਮਾ ਕਹਿ ਕੇ ਸੁਣਾਉਣਾ ਸੰਗਤ ਦੀ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਸਤਿਗੁਰੂ ਅੱਜ ਦੇ ਇਸ ਪਾਵਨ ਸ਼ਬਦ ਦੁਆਰਾ ਕਹਿੰਦੇ, ਮਿੱਤਰ, ਹੇ ਮੇਰੇ ਸਾਥੀ, ਹੇ ਭਰਾ, ਹੇ ਗੁਰਸਿੱਖ, ਜੇ ਤੂੰ ਸਾਡੇ ਕੋਲ ਆਇਆ ਨਾ, ਅੱਜ ਤੈਨੂੰ ਮਹਿਮਾ ਸੁਣਾਉਣਾ ਹੈ ਸਤ ਸੰਗਤ ਦੀ। ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ ਮੇਰੇ ਮਿੱਤਰ, ਅੱਜ ਸੁਣ। ਮੈਲ ਖੋਈ ਕੋਟ ਅਗ ਹਰੇ, ਨਿਰਮਲ ਭਏ ਚੀਤਾ। ਤੇਰੀ ਮੈਲ ਖਤਮ ਹੋ ਜਾਏਗੀ। ਮੈਲ ਖੋਈ ਖਤਮ ਕਰ ਦੇਵੇਂਗਾ, ਹਿਰਦੇ ਚੋਂ ਮੈਲ ਨਾਸ਼ ਹੋ ਜਾਵੇਗੀ। ਕੋਟ ਅਗ ਹਰੇ, ਕੋਟ ਕਰੋੜਾਂ ਅਗ ਦਾ ਅਰਥ ਹੁੰਦਾ ਪਾਪ, ਹਰੇ ਖਤਮ ਹੋ ਜਾਣਗੇ। ਨਿਰਮਲ ਭਏ ਚੀਤਾ, ਤੇਰਾ ਚਿੱਤ ਨਿਰਮਲ ਹੋ ਜਾਏਗਾ। ਸੰਗਤ ਕਰੇਗਾ ਤੇ ਤੇਰੇ ਜੀਵਨ 'ਚ ਕ੍ਰਾਂਤੀ ਆਏਗੀ। ਨਿਰਮਲ ਭਏ ਚੀਤਾ, ਚੀਤਾ ਚਿੱਤ, ਹਿਰਦਾ, ਤੇਰਾ ਹਿਰਦਾ ਪਵਿੱਤਰ ਹੋ ਜਾਏਗਾ ਜੇ ਤੂੰ ਸੰਗਤ ਕਰੇਗਾ। ਰਹਾਓ, ਇਹ ਵਿਸ਼ਰਾਮ ਦਾ ਬੰਦ ਹੈ। ਵਿਸ਼ਰਾਮ ਦਿੱਤਾ ਸਤਿਗੁਰਾਂ, ਰਹਾਓ ਵਾਲਾ ਬੰਦ ਹੈ। ਸਤਿਗੁਰੂ ਜੀ ਨੇ ਹੁਣ ਬਖਸ਼ਿਸ਼ ਕੀਤੀ ਹੈ ਕਿ ਜੀਵਨ ਦੇ ਵਿੱਚ ਕੀ ਤਬਦੀਲੀਆਂ ਆਉਂਦੀਆਂ ਹਨ ਜਦੋਂ ਮਨੁੱਖ ਸੰਗਤ ਕਰਦਾ। ਕੀ ਤਬਦੀਲੀਆਂ ਆਉਂਦੀਆਂ? ਸਤਿਗੁਰਾਂ ਨੇ ਉਦਾਹਰਨ ਦਿੱਤੀ। ਸਭ ਤੋਂ ਪਹਿਲੀ ਹੈ ਬਿਲਾਵਲ ਮਹੱਲਾ ਪੰਜਵਾਂ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਪਾਵਨ ਸ਼ਬਦ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ 809 ਤੇ 10 ਪਾਵਨ ਅੰਗ ਦੇ ਉੱਪਰ ਸੁਭਾਈਮਾਨ ਹੈ। ਸਤਿਗੁਰੂ ਜੀ ਰਹਿਮਤ ਕਰਦੇ ਆ, ਪਿੰਗਲ ਪਰਬਤ ਪਾਰ ਪਰੇ, ਖਲ ਚਤੁਰ ਬਕੀਤਾ। ਪਿੰਗਲਾ ਮਨੁੱਖ ਸਾਧ ਸੰਗਤ ਜੇ ਕਿਤੇ ਪਰਬਤ ਨੂੰ ਪਾਰ ਕਰ ਜਾਵੇ, ਪਿੰਗਲੇ ਮਨੁੱਖ ਵਾਸਤੇ ਉੱਚੀ ਜਗ੍ਹਾ ਚੜ੍ਹਨਾ ਬੜਾ ਔਖਾ ਹੁੰਦਾ। ਪਿੰਗਲਾ ਜਿਹਦੀਆਂ ਲੱਤਾਂ ਨਹੀਂ ਹੁੰਦੀਆਂ, ਉਹ ਕਿਸੇ ਉੱਚੀ ਜਗ੍ਹਾ ਤੇ ਨਹੀਂ ਚੜ੍ਹ ਸਕਦਾ। ਸਤਿਗੁਰੂ ਕਹਿੰਦੇ, ਹੈਰਾਨਗੀ ਦੀ ਗੱਲ ਹੋਏਗੀ ਜੇ ਉਹ ਪਿੰਗਲਾ ਪਰਬਤ ਨੂੰ ਪਾਰ ਕਰ ਜਾਵੇ। ਪਿੰਗਲ ਪਰਬਤ ਪਾਰ ਪਵੇ ਪਰੇ, ਖਲ ਚਤੁਰ ਬਕੀਤਾ। ਖਲ ਦਾ ਅਰਥ ਹੁੰਦਾ ਮੂਰਖ, ਚਤੁਰ ਦਾ ਅਰਥ ਹੁੰਦਾ ਸਿਆਣਾ, ਬਕੀਤਾ ਬਕਤਾ ਬਣ ਜਾਵੇ। ਜਿਹਦੇ ਕੋਲ ਕਿਸੇ ਪ੍ਰਕਾਰ ਦਾ ਕੋਈ ਗਿਆਨ ਨਾ ਹੋਵੇ, ਮੂਰਖਾਂ ਵਰਗੀਆਂ ਹਰਕਤਾਂ ਮਨੁੱਖ ਕਰਦਾ ਹੋਵੇ, ਸਤਿਗੁਰੂ ਜੀ ਕਹਿੰਦੇ ਆ ਉਹ ਇੱਕਦਮ ਉਹਦਾ ਜੀਵਨ ਤਬਦੀਲ ਹੋ ਜਾਂਦਾ ਤੇ ਉਹ ਫਿਰ ਸਿਆਣਾ ਬਣ ਜਾਂਦਾ। ਚਤੁਰ ਬਕੀਤਾ, ਸਿਆਣਾ ਹੀ ਨਹੀਂ ਬਣਦਾ, ਵਿਦਵਾਨ ਬਣ ਜਾਂਦਾ। ਚੰਗੀਆਂ ਚੰਗੀਆਂ ਲੋਕਾਂ ਨੂੰ ਗੱਲਾਂ ਦੱਸਣ ਲੱਗ ਜਾਂਦਾ। ਐਸੀ ਜੀਵਨ 'ਚ ਕ੍ਰਾਂਤੀ ਆਉਂਦੀ। ਕਿਹਦੇ ਨਾਲ? ਸੰਗਤ ਨਾਲ। ਹੁਣ ਸਤਿਗੁਰੂ ਜੀ ਨੇ ਹੁਣ ਪਿੰਗਲਾ ਤੇ ਸਾਧ ਸੰਗਤ ਕਿਸੇ ਪ੍ਰਕਾਰ ਵੀ ਕਿਸੇ ਪਰਬਤ ਤੇ ਨਹੀਂ ਚੜ੍ਹ ਸਕਦਾ, ਤੇ ਸਤਿਗੁਰਾਂ ਤੇ ਸ਼ਬਦ ਵਰਤੇ ਆ, ਉਦਾਹਰਨ ਦਿੱਤੀ ਹੈ। ਮਹਾਰਾਜ ਕਹਿੰਦੇ ਆ ਸਾਡਾ ਜੀਵਨ ਵੀ ਇੱਕ ਪਿੰਗਲੇ ਦੀ ਤਰ੍ਹਾਂ ਹੈ। ਕਦੀ ਸੋਚਿਆ ਸੀ ਸਾਧ ਸੰਗਤ ਉਸ ਕੌਡੇ ਰਾਖਸ਼ ਨੇ ਕਿ ਮੈਂ ਤਰ ਜਾਵਾਂਗਾ? ਕਦੀ ਨਹੀਂ ਸੋਚਿਆ ਹੋਏਗਾ ਉਹਨੇ। ਪਿੰਗਲਾ ਸੀ, ਉਹਨੂੰ ਨਹੀਂ ਸੀ ਪਤਾ ਕਿ ਮੈਂ ਪਾਰ ਹੋ ਜਾਵਾਂਗਾ। ਸੰਗਤ ਮਿਲੀ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਦੀ, ਉਹ ਪਿੰਗਲੇ ਵਰਗਾ ਉਹ ਕੌਡਾ ਰਾਖਸ਼ ਵੀ ਪਾਰ ਹੋ ਗਿਆ। ਸੰਗਤ ਮਿਲੀ ਹੈ ਗੁਰੂ ਨਾਨਕ ਸਾਹਿਬ ਜੀ ਦੀ। ਸੰਗਤ ਮਿਲੀ ਹੈ ਸਾਧ ਸੰਗਤ ਦੀਪਾਲਪੁਰ ਦੇ ਕੋੜੀ ਨੂੰ, ਉਹ ਵੀ ਪਾਰ ਉਤਰ ਗਿਆ। ਉਹਦੇ ਕੋਲੋਂ ਆਪਣੇ ਘਰ ਚੋਂ ਨਿਕਲਿਆ ਨਹੀਂ ਸੀ ਜਾਂਦਾ, ਉਹ ਵੀ ਲੋਕਾਂ ਨੂੰ ਉਪਦੇਸ਼ ਦੇਣ ਲੱਗ ਪਿਆ। ਇੰਨੀ ਵਡਿਆਈ ਹੈ ਗੁਰੂ ਦੀ ਸੰਗਤ। ਸਤਿਗੁਰੂ ਜੀ ਕੁਝ ਦਿਨ ਉਹਦੇ ਘਰ ਦੇ ਵਿੱਚ ਠਹਿਰੇ ਆ ਤੇ ਉਸ ਕੋੜੀ ਦਾ ਜੀਵਨ ਤਬਦੀਲ ਹੋ ਗਿਆ, ਉਹ ਵੀ ਪਰਬਤ ਪਾਰ ਹੋ ਗਿਆ।
ਸੰਗਤ ਮਿਲੀ ਹੈ ਪ੍ਰੇਮੇ ਨੂੰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ। ਤੇ ਸਾਧ ਸੰਗਤ ਜਿਹੜਾ ਵਿਕਾਰੀ ਸੀ, ਜਿਹਨੇ ਜੀ ਸਰੀਰ ਨੂੰ ਇੰਨੇ ਰੋਗ ਲੱਗੇ ਹੋਏ ਸਨ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਸੰਗਤ ਜਦੋਂ ਮਿਲੀ ਹੈ ਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਉਹਨੂੰ ਇੱਕ ਪੀੜੇ ਤੇ ਬਿਠਾ ਦਿੱਤਾ, ਮੰਜੀ ਤੇ ਬਿਠਾ ਦਿੱਤਾ। ਇਹ ਹੁੰਦਾ ਪਿੰਗਲਾ ਪਰਬਤ ਪਾਰ ਕਰ ਜਾਵੇ। ਕਦੋਂ ਹੁੰਦਾ ਹੈ? ਜਦੋਂ ਜੀਵਨ 'ਚ ਸੰਗਤ ਆ ਜਾਵੇ, ਜਦੋਂ ਸੰਗਤ ਮਨੁੱਖ ਕਰਦਾ ਹੈ। ਆ ਵਿਕਾਰਾਂ ਨੇ ਪਾਪਾਂ ਨੂੰ ਸਾਨੂੰ ਪਿੰਗਲਾ ਕੀਤਾ ਹੋਇਆ ਹੈ। ਗੁਰਦੁਆਰੇ ਦੇ ਅੱਗੇੋਂ ਦੀ ਲੰਘ ਜਾਂਦੇ ਆ, ਕਦੀ ਦਰਸ਼ਨ ਕਰਨ ਵਾਸਤੇ ਅੰਦਰ ਨਹੀਂ ਚੜਿਆ ਜਾਂਦਾ, ਪੌੜੀਆਂ ਚੜ੍ਹ ਕੇ ਅੰਦਰ ਨਹੀਂ ਆਉਣ ਨੂੰ ਦਿਲ ਕਰਦਾ। ਕਿਉਂ? ਪਿੰਗਲੇ ਹੋਏ ਆ ਵਿਕਾਰਾਂ ਕਰਕੇ, ਪਾਪਾਂ ਕਰਕੇ। ਕੰਮ ਤੇ ਜਾਣਾ ਜ਼ਰੂਰੀ ਹੈ, ਪਰ ਗੁਰੂ ਦੀ ਸੰਗਤ 'ਚ ਬੈਠਣਾ ਬੜਾ ਔਖਾ ਲੱਗਦਾ, ਬਹੁਤ ਔਖਾ ਲੱਗਦਾ। ਸਤਿਗੁਰ ਕਹਿੰਦੇ ਕਿਤੇ ਆ ਤੂੰ ਸੰਗਤ ਦੇ ਵਿੱਚ, ਆਣ ਕੇ ਸੰਗਤ 'ਚ ਬੈਠ ਗੁਰਸਿੱਖਾ, ਪਿੰਗਲਿਆਂ ਵਰਗਾ ਤੇਰਾ ਜੀਵਨ ਹੋਇਆ ਪਿਆ, ਤੇਰਾ ਜੀਵਨ ਸੁਧਰ ਜਾਏਗਾ, ਤੂੰ ਪਰਬਤ ਪਾਰ ਹੋ ਜਾਵੇਂਗਾ, ਵਡਿਆਈਆਂ ਇਸ ਘਰ ਦੇ ਵਿੱਚ ਮਿਲਣਗੀਆਂ। ਅੱਗੇ ਸਤਿਗੁਰੂ ਕਹਿੰਦੇ ਆ ਖਲ ਚਤੁਰ ਬਕੀਤਾ, ਖਲ ਮੂਰਖਾਂ ਵਰਗਾ ਸਾਡਾ ਜੀਵਨ ਹੈ, ਕੋਈ ਗੱਲ ਢੰਗ ਦੀ ਨਹੀਂ ਸੋਚਦੇ। ਤੇ ਸਾਧ ਸੰਗਤ, ਸਤਿਗੁਰੂ ਕਹਿੰਦੇ ਤੈਨੂੰ ਸੰਗਤ ਦੀ ਜਾਚ ਆ ਜਾਵੇ, ਕਿਤੇ ਸੰਗਤ 'ਚ ਬੈਠਣਾ ਆ ਜਾਵੇ, ਤੂੰ ਲੋਕਾਂ ਨੂੰ ਵੀ ਆਪ ਤੇ ਸੁਧਰੇਗਾ ਹੀ, ਤੇ ਦੂਸਰਿਆਂ ਨੂੰ ਵੀ ਗੁਰੂ ਦੀਆਂ ਗੱਲਾਂ ਸੁਣਾ ਕੇ ਉਹਨਾਂ ਨੂੰ ਸੁਧਾਰ ਦੇਵੇਂਗਾ, ਉਹਨਾਂ ਦਾ ਜੀਵਨ ਵੀ ਤਬਦੀਲ ਕਰ ਦੇਵੇਂਗਾ। ਬੜੀ ਸੁੰਦਰ ਗਾਥਾ ਹੈ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਲਿਖੀ ਹੈ। ਆਪ ਜੀ ਨੇ ਕਿਤੇ ਉਹਨਾਂ ਦਾ ਇੱਕ ਨਾਵਲ ਹੈ ਸੰਤ ਬਿਮਲਾ ਸਿੰਘ, ਉਹਦੇ ਵਿੱਚ ਇਸ ਪਾਵਨ ਸ਼ਬਦ ਦੀ ਸਾਰੀ ਵਿਆਖਿਆ ਹੈ, ਬੜੀ ਸੁੰਦਰ ਲਿਖੀ ਹੈ, ਉਦਾਹਰਨਾਂ ਸਹਿਤ। ਉਹਦੇ ਵਿੱਚ ਉਹਨਾਂ ਨੇ ਇੱਕ ਸਾਖੀ ਬੜੀ ਸੁੰਦਰ ਬਿਆਨ ਕੀਤੀ। ਖਲ ਚਤੁਰ ਬਕੀਤਾ, ਕਹਿੰਦੇ ਕਿ ਇੱਕ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਸਤਿਗੁਰੂ ਜੀ ਕਿਸੇ ਪਿੰਡ ਦੇ ਵਿੱਚ ਗਏ। ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਪਿੰਡ ਦੇ ਲੋਕ ਆਪਣੇ ਆਪ ਨੂੰ ਬੜਾ ਸਿਆਣਾ ਸਮਝਦੇ, ਚਤੁਰ ਸਮਝਦੇ ਆ। ਗੁਰੂ ਸਾਹਿਬ ਦੀ ਸੰਗਤ 'ਚ ਨਾ ਆਇਆ ਕਰਨ, ਕੋਈ ਸੰਗਤ 'ਚ ਨਾ ਆਵੇ। ਉਸ ਪਿੰਡ ਦਾ ਇੱਕ ਸਾਧ ਸੰਗਤ ਮਨੁੱਖ ਸੀ, ਉਹਦਾ ਨਾਮ ਸੀ ਭਾਈ ਸੋਮਾ। ਉਹ ਸੋਮਾ ਜੋ ਸੀ ਸਾਧ ਸੰਗਤ, ਉਹਨੂੰ ਮੂਰਖ ਕਹਿੰਦੇ ਹੁੰਦੇ ਸਨ ਪਿੰਡ ਦੇ ਸਾਰੇ ਲੋਕ। ਧਨ ਪਦਾਰਥ ਬਹੁਤ ਸੀ ਖੈਰ ਕੋਲ, ਪਰ ਦਿਮਾਗ ਕਰਕੇ ਥੋੜਾ ਜਿਹਾ ਆਪਣੀ ਮਰਜ਼ੀ ਵਰਤਦਾ ਸੀ, ਇਸ ਕਰਕੇ ਸਾਰੇ ਲੋਕ ਉਹਨੂੰ ਬੁੱਧੂ ਕਿਹਾ ਕਰਦੇ ਸਨ ਵੀ ਇਹ ਤੇ ਮੂਰਖ ਹੈ, ਆਪਣੀ ਮਰਜ਼ੀ ਨਾਲ ਚੱਲਦਾ। ਧਨ ਪਦਾਰਥ ਬਹੁਤ ਸੀ, ਕਿਉਂਕਿ ਉਹਦੇ ਪਿਓ ਨੇ ਦਾਦਿਆਂ ਨੇ ਬਹੁਤ ਕਮਾਈ ਕੀਤੀ ਸੀ। ਉਧਰ ਨੂੰ ਲੰਘਦਾ ਲੰਘਦਾ ਉਹਨੇ ਦੇਖਿਆ ਕਿ ਕੋਈ ਸਾਧੂ ਫਕੀਰ ਬੈਠਾ ਹੈ, ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਜੀ ਬੈਠੇ ਸਨ। ਉਹਨੇ ਆਣ ਕੇ ਕਿਹਾ ਵੀ ਮੁਸਾਫਰੋ, ਤੁਸੀਂ ਹੁਣ ਆਏ ਜੇ, ਸ਼ਾਮਾਂ ਦਾ ਵੇਲਾ ਹੋ ਗਿਆ ਤੇ ਹੁਣ ਠੰਡ ਵੀ ਬਹੁਤ ਹੋ ਜਾਣੀ ਹੈ, ਸਰਦੀਆਂ ਦੇ ਦਿਨ ਸਨ, ਤੁਸੀਂ ਮੇਰੇ ਘਰ ਦੇ ਵਿੱਚ ਕਿਉਂ ਨਹੀਂ ਆ ਜਾਂਦੇ? ਉੱਥੇ ਬੈਠਾਂਗੇ, ਪ੍ਰਸ਼ਾਦਾ ਪਾਣੀ ਛਕਿਓ, ਧਨ ਪਦਾਰਥ ਮੇਰੇ ਕੋਲ ਬਹੁਤ ਆ, ਕਿਸੇ ਵੀ ਚੀਜ਼ ਦੀ ਘਾਟ ਨਹੀਂ ਹੈ, ਤੁਸੀਂ ਮੇਰੇ ਘਰ ਆਓ, ਮੈਂ ਤੁਹਾਨੂੰ ਚੰਗੀ ਜਗ੍ਹਾ ਸਵਾਉਣਾ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਚੱਲ ਪਏ ਨਾਲ, ਉਹਦੇ ਘਰ ਗਏ ਆ, ਪ੍ਰਸ਼ਾਦਾ ਪਾਣੀ ਛਕਿਆ ਸਤਿਗੁਰਾਂ ਨੇ। ਮਾਰੇ ਕਹਿੰਦੇ ਅਸੀਂ ਇੱਕ ਦਿਨ ਨਹੀਂ ਰਹਿਣਾ, ਅਸੀਂ ਕੁਝ ਦਿਨ ਇਸ ਪਿੰਡ ਦੇ ਵਿੱਚ ਠਹਿਰਨਾ, ਤੇਰੇ ਘਰ 'ਚ ਠਹਿਰਨਾ। ਉਹਨੇ ਕਿਹਾ ਮਹਾਰਾਜ ਫਕੀਰ ਜੀ, ਜਿਵੇਂ ਤੁਹਾਡੀ ਇੱਛਾ, ਤੁਸੀਂ ਜਿੰਨਾ ਸਮਾਂ ਠਹਿਰਨਾ ਠਹਿਰ ਸਕਦੇ ਹੋ। ਗੁਰੂ ਨਾਨਕ ਸਾਹਿਬ ਜੀ ਲਗਾਤਾਰ ਉਹਦੇ ਘਰ 5-7 ਦਿਨ ਠਹਿਰੇ ਨੇ, ਤੇ ਉਹਨਾਂ 5-7 ਦਿਨਾਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਜਿਹੜਾ ਭਾਈ ਸੋਮਾ ਸੀ ਮਹਾਰਾਜ ਨੇ ਉਪਦੇਸ਼ ਦੇਣਾ ਸ਼ੁਰੂ ਕੀਤਾ। ਇਹਨੂੰ ਭਾਈ ਸੋਮਾ ਅੰਮ੍ਰਿਤ ਵੇਲੇ ਉੱਠਦਾ ਹੈ, ਸਤਿਗੁਰਾਂ ਜੀ ਦੇ ਨਾਲ ਨੇਮ ਨਿਭਾਉਂਦਾ ਹੈ। ਸਤਿਗੁਰੂ ਜੀ ਕੀਰਤਨ ਕਰਦੇ ਨੇ, ਭਾਈ ਮਰਦਾਨਾ ਜੀ ਰਬਾਬ ਵਜਾਉਂਦੇ, ਭਾਈ ਸੋਮਾ ਸਤਿਗੁਰਾਂ ਦੀ ਸੇਵਾ 'ਚ ਹਾਜ਼ਰ ਹੈ, ਸੇਵਾ ਕਰਦਾ ਹੈ। ਤੇ ਸਾਧ ਸੰਗਤ ਇੱਕ ਦਿਨ ਇਹਨੇ ਮਨ ਦੇ ਵਿੱਚ ਵਿਚਾਰ ਆਈ ਆ, ਇਹਨੇ ਕਿਹਾ ਸੋਮਿਆ ਧਨ ਪਦਾਰਥ ਤੇ ਪਰਿਵਾਰ ਨੇ ਬੜਾ ਇਕੱਠਾ ਕੀਤਾ, ਦਾਦਾ ਵੀ ਤੇਰਾ ਮਰ ਗਿਆ, ਪਦਾਰਥ ਇਕੱਠੇ ਕਰਦਾ ਕਰਦਾ, ਜ਼ਮੀਨ ਜਾਇਦਾਦ ਬਣਾਉਂਦਾ ਬਣਾਉਂਦਾ, ਉਹਨੇ ਵੀ ਕਦੀ ਨਾਮ ਨਹੀਂ ਜਪਿਆ, ਪਿਓ ਤੇਰਾ ਵੀ ਇਸੇ ਪ੍ਰਕਾਰ ਮਰ ਗਿਆ। ਤੇ ਸੋਮਿਆ ਹੁਣ ਸਾਧੂ ਆਏ ਆ, ਸੇਵਾ ਕੀਤੀ ਹੈ, ਤੇ ਮਨ ਦੇ ਵਿੱਚ ਇਹ ਗੱਲ ਹੈ ਕਿ ਵਾਰ-ਵਾਰ ਇਹ ਕਹਿੰਦੇ ਆ ਕਿ ਪਦਾਰਥ ਨਾਲ ਨਹੀਂ ਜਾਣਾ, ਧਨ ਸੰਪਤੀ ਨਾਲ ਨਹੀਂ ਜਾਣੀ, ਤੇ ਕਿਉਂ ਨਾ ਮੈਂ ਧਨ ਦੌਲਤ ਜਿਹੜੀ ਗਰੀਬਾਂ 'ਚ ਵੰਡ ਦਿਆਂ। ਵਿਚਾਰ ਆਈ ਮਨ 'ਚ। ਭਾਈ ਸੋਮੇ ਨੇ ਧੰਨ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਆ ਮੇਰੇ ਕੋਲ ਧਨ ਪਦਾਰਥ ਬਹੁਤ ਆ, ਦਾਦਿਆਂ ਨੇ ਇਕੱਠਾ ਕੀਤਾ, ਪਿਓ ਮੇਰੇ ਨੇ ਇਕੱਠਾ ਕੀਤਾ, ਮਹਾਰਾਜ ਜੇ ਤੁਹਾਡੀ ਇੱਛਾ ਹੋਵੇ ਤੇ ਮੈਂ ਵੰਡ ਦਿਆਂ, ਮੇਰੇ ਦੇ ਕਿਸੇ ਕੰਮ ਦਾ ਨਹੀਂ ਮਹਾਰਾਜ, ਜਿੰਨੀ ਕੁ ਜ਼ਰੂਰਤ ਉਹਨਾਂ ਕੁ ਮੈਂ ਰੱਖ ਲੈਣਾ। ਸਤਿਗੁਰਾਂ ਨੇ ਕਿਹਾ ਭਾਈ ਸੋਮਿਆ ਇਹ ਗੱਲ ਯਾਦ ਰੱਖੀ
ਆ ਸੁਰਤ ਜਿਹੜੀ ਕੱਚੀ ਹੁੰਦੀ ਹੈ ਨਾ, ਕੱਚੀ ਸੁਰਤ, ਇਹਦੇ ਵਿੱਚ ਅਸੀਂ ਕਾਰਜ ਕਰ ਲੈਂਦੇ ਹਾਂ, ਪਰ ਕਰਨ ਤੋਂ ਬਾਅਦ ਸਾਨੂੰ ਪਛਤਾਵਾ ਬੜਾ ਲੱਗਦਾ। ਆ ਸਾਡੀ ਵੀ ਕਈ ਵਾਰੀ ਹਾਲਤ ਇਵੇਂ ਹੁੰਦੀ ਹੈ, ਸੰਗਤ ਕਰ ਲੈਂਦੇ ਹਾਂ, ਫਿਰ ਗੁਰੂ ਦੀ ਗੱਲ ਮੰਨ ਕੇ ਉਹ ਕਾਰਜ ਵੀ ਕਰਨ ਲੱਗ ਜਾਂਦੇ, ਪਰ ਫਿਰ ਕਈ ਵਾਰੀ ਮਨ 'ਚ ਸ਼ੰਕਾ ਪੈਦਾ ਹੋ ਜਾਂਦੀ ਹੈ, ਕੰਮ ਕਿਉਂ ਕੀਤਾ। ਭਾਈ ਸੋਮਿਆ ਸੁਰਤ ਕੱਚੀ ਹੋਵੇ ਨਾ, ਤੇ ਇਹਦੇ ਨਾਲ ਮਨ ਕਈ ਵਾਰੀ ਜਿਹੜਾ ਉਹ ਫਿਰ ਪਛਤਾਵਾ ਕਰਦਾ ਹੈ। ਸੋਮਿਆ ਸੁਰਤ ਆਪਣੀ ਪੱਕ ਲੈਣ ਦੇ, ਜੋ ਹੁਕਮ ਸਤਿਗੁਰਾਂ ਦੀ ਸੰਗਤ ਫਿਰ ਸ਼ੁਰੂ ਕੀਤੀ ਹੈ। ਫਿਰ ਭਾਈ ਸੋਮੇ ਨੂੰ ਇੱਕ ਦਿਨ ਸਤਿਗੁਰਾਂ ਨੇ ਆਪ ਬੁਲਾਇਆ। ਮਹਾਰਾਜ ਕਹਿੰਦੇ ਭਾਈ ਸੋਮੇ ਇੰਝ ਕਰ, ਆਪਣੇ ਪਰਿਵਾਰ ਵਾਸਤੇ ਧਨ ਰੱਖ ਲਾ ਤੇ ਆਪਣੇ ਵਾਸਤੇ ਵੀ ਰੱਖ, ਤੇ ਇਹ ਐਵੇਂ ਨਾ ਕਿਸੇ ਨੂੰ ਦੇਈ ਜਾ ਧਨ। ਜੇ ਕੋਈ ਲੋੜਵੰਦ ਤੇਰੇ ਕੋਲ ਆਉਂਦਾ ਉਹਦੀ ਸੇਵਾ ਕਰਿਆ ਕਰ। ਲੋੜਵੰਦ ਆਉਂਦਾ, ਕਿਸੇ ਦੀ ਧੀ ਦਾ ਵਿਆਹ ਕਰ ਦੇ, ਕੋਈ ਗਰੀਬ ਦੀ, ਕਿਸੇ ਦਾ ਇਲਾਜ ਕਰਾ ਦੇ, ਇਸ ਪ੍ਰਕਾਰ ਤੂੰ ਲੋਕਾਂ ਦੀ ਸੇਵਾ ਕਰ। ਜਿਹਨੂੰ ਲੋੜ ਹੈ ਉਹਨੂੰ ਧਨ ਦੇ, ਐਵੇਂ ਨਾ ਵੰਡੀ। ਸਤਿਗੁਰਾਂ ਦਾ ਹੁਕਮ ਮੰਨਿਆ ਭਾਈ ਸੋਮੇ ਨੇ। ਸਤਿਗੁਰੂ ਜੀ ਵਿਦਾ ਹੋਏ ਆ, 5-7 ਦਿਨ ਉਹਦੇ ਘਰ ਰਹੇ। ਸਤਿਗੁਰਾਂ ਦੇ ਚਲੇ ਜਾਣ ਤੋਂ ਬਾਅਦ ਭਾਈ ਸੋਮੇ ਨੇ ਕੀ ਕੀਤਾ, ਆਪਣੇ ਪਰਿਵਾਰ ਵਾਸਤੇ ਧਨ ਵੱਖਰਾ ਰੱਖ ਲਿਆ, ਤੇ ਜਿਹੜੇ ਲੋੜਵੰਦ ਆਉਂਦੇ ਸਨ ਉਹਨਾਂ ਨੂੰ ਧਨ ਜਿਹੜਾ ਦੇਣਾ ਸ਼ੁਰੂ ਕਰ ਦਿੱਤਾ। ਤੇ ਸਾਧ ਸੰਗਤ ਲੋਕੀ ਕਹਿੰਦੇ ਆ ਕਿ ਵਾਕਈ ਇਹ ਮੂਰਖ ਹੈ। ਉਹ ਫਕੀਰ ਆਇਆ ਸੀ, ਉਹਦੇ ਪਿੱਛੇ ਲੱਗ ਕੇ ਆਪਣਾ ਧਨ ਪਦਾਰਥ ਲੋਕਾਂ ਨੂੰ ਦੇਣਾ ਸ਼ੁਰੂ ਕਰ ਦਿੱਤਾ। ਭਾਈ ਸੋਮੇ ਨੇ ਪ੍ਰਵਾਹ ਨਾ ਕੀਤੀ, ਕਿਉਂਕਿ ਸੁਰਤ ਹੁਣ ਪੱਕ ਚੁੱਕੀ ਸੀ। ਪ੍ਰਵਾਹ ਨਾ ਕੀਤੀ, ਸੁਰਤ ਪੱਕ ਗਈ ਸੀ। ਹੁਣ ਸਤਿਗੁਰਾਂ ਦੀ ਸੰਗਤ ਕੀਤੀ ਹੈ। ਭਾਈ ਸੋਮਾ ਦਿਨ ਰਾਤ ਸਤਿਗੁਰਾਂ ਦੀ ਸੰਗਤ ਕਰਨ ਕਰਕੇ ਨਾਮ ਬਾਣੀ ਦਾ ਅਭਿਆਸ ਕਰਦਾ ਹੈ। ਧਨ ਦੌਲਤ ਜਿਹੜੀ ਹੁੰਦੀ ਆ ਉਹ ਵੰਡ ਦਿੰਦਾ ਹੈ, ਪਰਿਵਾਰ ਵਾਸਤੇ ਰੱਖੀਏ। ਪਰਿਵਾਰ ਵੀ ਹੁਣ ਕਹਿਣ ਲੱਗ ਪਿਆ ਤੁਸੀਂ ਗਲਤ ਕਰਦੇ ਹੋ, ਧਨ ਵੰਡ ਦਿੰਦੇ ਹੋ। ਸਮਾਂ ਐਸਾ ਆਣ ਬਣਿਆ ਸਾਧ ਸੰਗਤ ਕਿ ਘਰ ਦੇ ਵਿੱਚ ਜਿਹੜੀ ਉਹਦੀ ਘਰ ਵਾਲੀ ਸੀ ਉਹਦੀ ਵੀ ਮੌਤ ਹੋ ਗਈ, ਤੇ ਇੱਕ ਲੜਕਾ ਸੀ, ਕੁਝ ਸਮੇਂ ਬਾਅਦ ਉਹਦੀ ਵੀ ਮੌਤ ਹੋ ਗਈ। ਤੇ ਜਦੋਂ ਦੋਵਾਂ ਦੀ ਮੌਤ ਹੋ ਗਈ ਹੈ ਸਾਧ ਸੰਗਤ, ਭਾਈ ਸੋਮੇ ਨੇ ਅਫਸੋਸ ਨਹੀਂ ਕੀਤਾ। ਉਹਨੇ ਕਿਹਾ ਦਾਤਿਆ ਸ਼ੁਕਰ ਹੈ ਤੇਰਾ, ਅੱਜ ਜਿਹੜਾ ਪਦਾਰਥ ਜਿਹੜਾ ਧਨ ਮੈਂ ਇਕੱਠਾ ਕੀਤਾ ਸੀ ਕਿ ਆਪਣੇ ਪਰਿਵਾਰ ਵਾਸਤੇ ਰੱਖਾਂਗਾ, ਮਹਾਰਾਜ ਤੂੰ ਕਿਰਪਾ ਕੀਤੀ, ਹੁਣ ਸਾਰਾ ਜਗਤ ਹੀ ਮੇਰਾ ਪਰਿਵਾਰ ਬਣਾਤਾ, ਸਾਰਾ ਜਗਤ ਮੇਰਾ ਪਰਿਵਾਰ ਬਣਾਤਾ। ਹੁਣ ਮੈਂ ਉਸ ਧਨ ਦੇ ਨਾਲ ਵੀ ਲੋਕਾਂ ਦੀ ਸੇਵਾ ਕਰਾਂਗਾ। ਭਾਈ ਸੋਮੇ ਨੇ ਫੇਰ ਕਾਰਜ ਆਰੰਭ ਕਰ ਦਿੱਤਾ। ਇੱਕ ਦਿਨ ਭਾਈ ਸੋਮੇ ਦੇ ਸਾਧ ਸੰਗਤ ਹਿਰਦੇ 'ਚ ਇਹ ਗੱਲ ਆਈ ਕਿ ਮੇਰਾ ਤੇ ਰੋਜ਼ 4 ਟਕਿਆਂ ਦੇ ਨਾਲ ਗੁਜ਼ਾਰਾ ਹੁੰਦਾ। 4 ਟਕਿਆਂ ਦੇ ਨਾਲ, 4 ਪੈਸੇ ਉਸ ਸਮੇਂ ਦੀ ਕਰੰਸੀ, ਕਿ ਜੇ ਮੈਂ ਖਾਣ ਪੀਣ ਵਾਸਤੇ ਕੋਈ ਵਸਤੂ ਖਰੀਦਦਾ ਹਾਂ, 4 ਪੈਸੇ ਮੇਰੇ ਵਾਸਤੇ ਬਹੁਤ ਆ। ਭਾਈ ਸੋਮਾ ਕਹਿੰਦਾ ਕਿਉਂ ਨਾ ਆਪਣੀ ਕਿਰਤ ਕਰਾਂ, ਧਨ ਪਦਾਰਥ ਤੇ ਦਾਦਿਆਂ ਦਾ ਕਮਾਇਆ, ਇਹਦੇ ਵਿੱਚੋਂ ਲੋਕਾਂ ਦੀ ਮਦਦ ਕਰਦੇ ਆ, ਆਪਣੀ ਕਿਰਤ ਸ਼ੁਰੂ ਕਰਦੇ। ਭਾਈ ਸੋਮੇ ਨੇ ਦਿਹਾੜੀ ਕਰਨੀ ਸ਼ੁਰੂ ਕਰ ਦਿੱਤੀ। ਭਾਈ ਸੋਮੇ ਦਾ ਇੱਕ ਨਿਯਮ ਸੀ ਸਾਧ ਸੰਗਤ ਦਿਹਾੜੀ ਦਾ, ਸੁਣਨਾ ਜਰਾ ਆਪ ਜੀ ਨੇ ਧਿਆਨ ਨਾਲ। ਭਾਈ ਸੋਮਾ ਜਿਹਦੇ ਕੋਲ ਦਿਹਾੜੀ ਕਰਦਾ ਉਹਨੂੰ ਇੱਕ ਗੱਲ ਕਹਿੰਦਾ ਹੁੰਦਾ ਸੀ, ਕਹਿੰਦਾ ਕਿ ਮੈਂ ਤੇਰੇ ਕੋਲ 4 ਘੜੀਆਂ ਦਿਹਾੜੀ ਕਰਾਂਗਾ ਤੇ ਉਸ ਤੋਂ ਬਾਅਦ ਦਿਹਾੜੀ ਦਾ ਮੁੱਲ ਲਵਾਂਗਾ ਮੈਂ 4 ਟਕੇ। ਪਰ ਦਿਹਾੜੀ ਮੈਂ ਤਾਂ ਕਰਨੀ ਆ ਜੇ ਤੂੰ ਮੇਰੇ ਕੋਲ ਬੈਠ ਕੇ 1 ਘੜੀ ਉਸ ਵਾਹਿਗੁਰੂ ਦੀਆਂ ਗੱਲਾਂ ਜਾਂ ਮੈਨੂੰ ਸੁਣਾ ਤੇ ਜਾਂ ਮੇਰੇ ਕੋਲ ਸੁਣ। ਸੰਗਤ ਜਾਂ ਤੂੰ ਮੇਰੀ ਸੰਗਤ ਕਰ, 1 ਘੜੀ ਕਰਨੀ ਆ ਸਿਰਫ, ਤੇ ਜਾਂ ਤੂੰ ਮੈਨੂੰ ਕੁਝ ਸੁਣਾ ਉਸ ਰੱਬ ਦੀਆਂ ਗੱਲਾਂ, ਤੇ ਜਾਂ ਮੇਰੇ ਕੋਲ ਸੁਣਾ। ਹੁਣ ਸਾਧ ਸੰਗਤ ਇੰਨਾ ਸਿਆਣਾ ਤੇ ਘੱਟ ਪੈਸਿਆਂ ਵਾਲਾ ਦਿਹਾੜੀਦਾਰ ਕਿਹਨੂੰ ਮਿਲਣਾ ਸੀ। ਭਾਈ ਸੋਮੇ ਨੂੰ ਜਿਹੜਾ ਵੀ ਆਖਿਆ, ਹੁਣ 1 ਘੜੀ ਕਿਤੇ ਕਿੰਨੀ ਕੁ ਸੰਗਤ ਸੌਖੀ ਹੁੰਦੀ ਹੈ ਸਾਧ ਸੰਗਤ, ਘੜੀ ਬੈਠਣਾ ਕਿਸੇ ਦੇ ਕੋਲ। ਕਈ ਤੇ ਚਲੋ ਉਹ ਵੀ ਨਹੀਂ ਬੈਠਦੇ ਜਿਨ੍ਹਾਂ ਦੇ ਕੋਲ ਸਮਾਂ ਨਹੀਂ, ਪਰ ਕਈਆਂ ਦੇ ਕੋਲ ਕਾਫੀ ਸਮਾਂ ਹੁੰਦਾ। ਉਹ 1 ਘੜੀ ਬੈਠ ਗਿਆ। ਜਿਹੜਾ ਵੀ ਸੀ ਸਾਧ ਸੰਗਤ 4 ਘੜੀਆਂ ਕੰਮ ਕਰਦਾ, ਭਾਈ ਸੋਮਾ 1 ਘੜੀ ਬੈਠ ਕੇ ਇਹਨੂੰ ਰੱਬ ਦੀਆਂ ਗੱਲਾਂ ਸੁਣਾਉਂਦਾ। ਸੰਗਤ ਹੋਣ ਲੱਗ ਪਈ। ਜਿਹਦੇ ਕੋਲ ਵੀ ਕੰਮ ਕਰਨਾ ਉਹਦੇ ਨਾਲ ਇਹੀ ਸ਼ਰਤ ਰੱਖਣੀ, ਭਾਈ 4 ਘੜੀਆਂ ਕੰਮ ਹੋਏਗਾ, 5ਵੀਂ ਘੜੀ ਬੈਠ ਕੇ ਨਾਮ ਜਪਾਂਗੇ ਤੇ ਫਿਰ ਉਸ ਤੋਂ ਬਾਅਦ ਆਪਾਂ ਭਾਵੇਂ 8 ਪਹਿਰ ਕੰਮ ਕਰਾਈ ਜਾ, ਪਰ ਇਹ ਮੇਰੇ ਕੰਮ ਦਾ ਨਿਯਮ ਹੈ। ਜੇ 4 ਘੰਟੇ ਕੰਮ ਕੀਤਾ, 5ਵਾਂ ਘੰਟਾ ਜਿਹੜਾ 1 ਘੰਟਾ ਬੈਠ ਕੇ ਰੱਬ ਰੱਬ ਕਰਨਾ ਹੈ, ਫਿਰ ਉਸ ਤੋਂ ਬਾਅਦ ਕੰਮ ਸ਼ੁਰੂ ਕਰਨਾ। ਇਸੇ ਪ੍ਰਕਾਰ ਸਾਧ ਸੰਗਤ ਹੁਣ ਜਿਹੜਾ ਪਿੰਡ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਨਹੀਂ ਸੀ ਆਇਆ, ਹੁਣ ਭਾਈ ਸੋਮੇ ਨੂੰ ਜਿਹੜਾ ਦਿਹਾੜੀ ਤੇ ਖੜਦਾ ਸਾਧ ਸੰਗਤ ਭਾਈ ਸੋਮੇ ਦੀ ਸੰਗਤ ਕਰਨ ਲੱਗ ਪਿਆ। ਸਾਰੇ ਪਿੰਡ ਦਾ ਜੀਵਨ ਤਬਦੀਲ ਹੋਣਾ ਸ਼ੁਰੂ ਹੋ ਗਿਆ। ਇੱਕ ਦਿਨ ਰਾਜੇ ਦੇ ਅਹਿਲਕਾਰ ਆਏ ਆ, ਉਹਨਾਂ ਨੇ ਸਾਧ ਸੰਗਤ ਧੱਕੇ ਦੇ ਨਾਲ 5-7 ਦਿਹਾੜੀਦਾਰ ਇਕੱਠੇ ਕੀਤੇ, ਕੰਮ ਕਰਾਉਣਾ ਸੀ ਕੋਈ। ਭਾਈ ਸੋਮਾ ਵੀ ਵਿੱਚੇ ਸੀ, ਉਹਨਾਂ ਨੂੰ ਲੈ ਗਿਆ ਨਾਲ।
लै गए, काम खत्म होया है। जो भाई सोमे नूं हत्थ ते दिहाड़ी रखी सारे दिन की, तो भाई सोमा कहता इन्ने पैसे नहीं मैं लैने, मैं 4 पैसे लैना सिर्फ, ये मेरा नियम है, 4 पैसे लेना। बड़ा हैरान होया जिहड़ा अफसर सी जिन्हें दिहाड़ी देनी सी। वो कहता भाई तू 4 टकियां दे नाल तेरा गुजारा हो जाएगा? उन्हें कहा हो जाएगा गुजारा, तू फिक्र ना कर। कहता कोई मन दे विच रोस तो नहीं, कोई गुस्सा तो नहीं? भाई सोमा कहता हाँ मेरे मन च इस गल का रोस है। किहड़ी गल का रोस है? तेनों पैसे होर चाहिए वध लै ला, पर 4 टकियां ते क्यों रोक गया? भाई सोमा कहता मेरा एक नियम सी दिहाड़ी का कि मैं दिहाड़ी करदा, 4 घड़ियां दिहाड़ी करदा ते 5वीं घड़ी मैं बैठ के संगत करदा। ते अज मैं 4 घड़ियां की थां ते पूरा दिन कढ़ लिया, पर रब की बंदगी नहीं की, मैं संगत नहीं की। ते जिहड़ा मैनूं दिहाड़ी ते लैके आउंदा उहदे वास्ते मैं यही नियम पक्का कीता है। तो वह कहता फिर मैं की कर सकदा? ते भाई सोमा कहता तू यही कर सकदा है कि जे तू मैनू खुश देखना चाहना मेरे नाल बैठ ते रब दीयां गल्लां कर। ये हुंदी संगत। खल चतर बकीता। वो भाई सोमे ने उन्होंने भी कथा कहानियां सुनाइयां, उहदा भी जीवन तब्दील हो गया। इसे प्रकार साध संगत एक अफसर जमीना की उस समय टैक्स इकट्ठा करने वास्ते भाई सोमे के पिंड आया। उन्होंने घरों आवाज़ आई, किसी ने पत्र लेके भेजा कि तेरे घर जरूरी काम है तो भाई तू वापस आ जा। हुण जो समान लैके आया सी समान नाल लैके जाना सी। उन्हें भाई सोमे नूं बुलाया तो कहंदा मेरा समान है, तेनों दिहाड़ी मिल जाएगी, तू मेरे नाल चल। भाई सोमे ने उहदा ट्रंक जो सी अपने सिर ते रखिया, चल पे। रस्ते दे विच पहुंची है साध संगत, 4 घड़ियां हो गईयां, 4 घंटे बीत गए। वो ट्रंक अपने सिर तो रख के परे, ते भाई सोमा कहंदा भाई अपना ट्रंक चुक ते आपे ही लै जा। वो कहंदा तेनों पैसे वध लै लई, की गल हो गई तेनों? भाई सोमा कहंदा इदां गल नहीं बानी, मेरा ये निज़म है कि मैं 4 घड़ियां काम करदा, 5वीं घड़ी मैं आप भी जिहड़ा काम रोक लेना है, तो जिहड़ा मेरे काम ते लैके जांदा उन्हें भी बिठा लेना, तो असीं संगत करते हैं। तो वह कहंदा ये काम ही बड़ा सौखा, चल तू अपनी कथा कहानियां नाल नाल सुनाई जा, नाल नाल आपां तुरे जाने हैं। वो तुरे गए, जिन्ना समा चलते गए तो भाई सोमे ने उन्होंने उस वाहिगुरू दीयां कथा कहानियां संगत करनी शुरू कर दी। जीवन बदल गया उहदा भी। घरे पहुंचे आ, रात कट्टी है साध संगत। दिन वेले भाई सोमा विदा होने लग्या, जान लगा अपने घर नूं। उन्हें उस अफसर नूं बुलाया जिहड़ा जमीनां दी साध संगत टैक्स इकट्ठा करने वास्ते आया सी, उन्होंने बुलाया। उन्होंने बुला के कहंदा भाई तेरे कोल 1 हफ्ते का समा है, ते तू पाप बहुत कीते है, लोकां दे नाल तू धक्का जोरी बहुत कीती है। 1 हफ्ते का तेरे कोल समा, 1 हफ्ते बाद तेरी मौत हो जानी। वो बेचारा रोन लग गया। भाई सोमे ने कहा रो ना, रब बड़ा बख्शनहार है, तू 1 हफ्ता रब का नाम जप। आ संगत कीती है ना तू, लगातार आपां तुरे आउंदे 1-2 दिन तो, ते मेरी संगत कीती है तू, ते इसे प्रकार रब नूं याद करया कर, तेरा जीवन बदल जाएगा, उस वाहिगुरू की दरगाह तेरी सुनी जाएगी। उन्हें अगे सवाल किया, कहंदा 60-70 साल मैं लगातार पाप कीते ने, ते आ 1 हफ्ते की रब की बंदगी जिहड़ी है की मेरा पार उतारा कर देगी? सवाल सी उहदा। भाई सोमे ने अग्यों कहा, कहंदा भाई गल सुन, वो करतार वड्डा है कि तू वड्डा है? कहंदा बेशक वो वाहिगुरू करता पुरख वड्डा है। वो कहंदा समुंदर वड्डा हुंदा कि जहाज वड्डा हुंदा है? वो कहंदा बेशक समुंदर वड्डा हुंदा, जहाज छोटा हुंदा है। ते भाई सोमा कहंदा फिकर ना कर, वो वाहिगुरू वड्डा है ते तेरे पाप भी बड़े छोटे है। तेरे पाप एक जहाज की नियाई है। जे जहाज समुंदर च डुब जाए कोई फर्क नहीं पैंदा समुंदर नूं। जे तेरे पापां दा भार जिहड़ा तेरे सिर ते आ, जे इस वाहिगुरू दे नाम दे समुंदर च डुब जाएगा, उस वाहिगुरू नूं कोई फर्क नहीं पैना। फिकर ना कर, 1 हफ्ते दे विच सारे पाप तेरे नाश हो जाणगे। ते साध संगत 1 हफ्ते बाद जदों उहदी मौत होई, वो भी दरगाह दे विच प्रवान हो गया, रब दी दरगाह दे विच। ऐसे गुरमुख प्यारे हुंदे आ जिहड़े खल चतुर बकीता, जिन्हां नूं संसार दे लोक मूर्ख कहिंदे आ, पर वो बकता बन जांदे आ, आप भी तरदे आ ते दूसरिਆਂ ਨੂੰ फिर वो तारन दा रस्ता दसदे संगत करा के, जिन्हां दा जीवन उच्चा हुंदा है, जिहड़े सत संगी हुंदे। सत संगी साध संगत वाधू दीयां गल्लां नहीं करदे। आ तुसीं देखना कई ऐसे गुरमुख प्यारे महापुरख आप जी नूं मिलणगे
उन्होंने आपां कोई गल कवांगे साडी गल वाल ज़्यादा ध्यान नहीं देंदे, सानू लगदा शायद साडी गल नहीं सुनते, पर वो हमेशा ये कहंदे हुंदे कि गुरु अगे अरदास करो, कोई नहीं गुरु भली करेगा। पर सुरत उन्हां दी उस वाहिगुरू नाल जुड़ी हुंदी है। वाधू गल्लां नहीं करदे, संसारी गल्लां दा उन्हां नूं कोई मायना नहीं हुंदा, रब दीयां गल्लां दा मायना हुंदा। सतगुरु सच्चे पातशाह जी कहंदे आ भाई, फिर अंधले तिर भवन सूझिया गुर भेट पुनीता। अन्नियां नूं विकारां दे विच पापां दे विच अन्नियां नूं तिन्ना भवनां दी सोझी हो जाती है। अंधले तिर भवन सूझिया समझ लैंदा है जिहड़ा संगत करदा है। संगत अन्नियां नूं सुजाखा कर दिंदी है, जीवन क्रांतिकारी हो जाता। मनुख समझ जाता है मेरे वास्ते चंगा की है ते माड़ा की है। यही साध संगत सुजाखा होना है। सतगुरां ने कहा कि जिन्हां दे अन्ने ए ना आखिए जिन मुख लोइन नाहे, अंधे से ही नानका जे खत्म कुत्थे जाए। अन्ने वो नहीं ना जिन्हां दी अखां नहीं हैगियां। महाराज कहंदे धन गुरु अंगद देव महाराज कहंदे अन्ने वो आ जिहड़े खसम तो दूर हो गए, वाहिगुरू तो दूर हो गए। पर जिहड़े संगत कर लग पए, अंधले तिर भवन सूझिया, उन्होंने फिर सुझ गई तिर भवनां दी सोझी। पता लग गया कि जीवन का मनोरथ की है। गुर भेट पुनीता, जदों भेट इस गुरु दे नाल होई, जदों गुरु दे कोल आए, गुरु की संगत च बैठे, फिर पुनीत, पुनीत दा अर्थ पवित्र हो गए, जीवन पवित्र हो गया। नित प्रति संगत करन दे नाल एक बारी गल नहीं बनती। एक बारी संगत चाहांगे, हाँ जिन्हां दे ते कृपा वरसदी है साध संगत, वो एक क्षण वास्ते संगत कर ले, उहदा जीवन तब्दील हो जाता है। पर साध संगत विकारी बहुत है, पापी बहुत है, इस करके वार वार संगत करना जीवन तब्दील होता है। महिमा साधु सांगी सुनो मेरे मीता, गुरमुख प्यारे उस वाहिगुरू दी कथा कहानियां सुनो। उस साधु संगत की महिमा सुनो, क्योंकि मैल खोई उहदी संगत करन नाल मैल कट्टी जाती है। करोड़ां ही पाप अग हरे, अग दा अर्थ पाप हुंदा है, खत्म हो जाते, हरे जाते हैं। निर्मल भय चीता, चित निर्मल हो जाता। रहाओ विश्राम दे के महाराज बख्शिश करते हैं। ऐसी भगत गोविंद की कीट हस्ती जीता। उस गोविंद वाहिगुरू की ऐसी कृपा होवे, उहदी भगती ऐसी है कि जिहड़ा कीड़ा है वो हाथी नूं जित लैंदा। कीट हस्ती जीता। गुरु नानक साहब जदों आसाम देश वाल गए ना साध संगत, समा वधीक हो गया, बस आप जी नाल थोड़ी जी विचार है, क्योंकि अज दा पावन मुख वाक सारियां उदाहरणां हन। सतगुरु सच्चे पातशाह जदों साध संगत आसाम वाल गए, उत्थे सतगुरां ने उपदेश दिता। वड्डे वड्डे राजे सतगुरां दे हजूर झुक गए। उत्थे साध संगत तरखान का काम करने वाला सी भाई झंडा। सतगुरु जदों उत्थे तुरन लगे ना, महाराज ने कहा सी उत्थों दे राजे नूं, महाराज कहंदे तैनूं राज दे के चले हैं, गल याद रखी, तैनूं राज दिता। हंकार दे विच आके कदी भाई झंडे वाल नूं अपना जिहड़ा राज दा हंकार ना प्रगट कर लग पई। उन्हें कहा महाराज राज भी तुहाडा ते मैं भाई झंडे दे अगे झुके रवांगा। सतगुरां ने कहा भाई झंडे नूं असीं इत्थों दा मंजीदार थाप के चले हैं, ते भाई झंडे नूं तू साडा रूप जानना, साडा रूप। गुरु नानक साहब ने कहा कीट हसदी जीता। वो भाई झंडा जिहड़ा सी साध संगत तरखान का काम करने वाला, वड्डे वड्डे राजे उस आसाम देश दे धन गुरु नानक साहब ने भाई झंडे दे अगे झुकाते सी। कीट हस्ती जीता, जिहड़े भगती करने वाले। सतगुरु सच्चे पातशाह जी कहंदे ऐसी भगत गोविंद की कीट हस्ती जीता, जो जो किनू आपनो तिस भै दान दिता। जिन्हां नूं वाहिगुरू अपना कर लैंदा, गुरु अपना बना दिंदा है। सतगुरु कहंदे फिर उन्हां नूं अपै दान, अपै अपै दा अर्थ हुंदा भै तो रहत हो जांदे। अपै दान उन्हां नूं बख्शिश हो जांदा है। किसी दी परवाह नहीं करदे, संगत करदे आ, नाम जपदे, बंदगी करदे आ, किसी प्रकार का मौत का डर नहीं रहिंदा, पदार्थ दे जाण का डर नहीं रहिंदा। हर प्रकार का डर उन्हां दा खत्म हो जाता है। तिस अपै दान दिता, उन्हां दा जीवन बदल जाता। सिंह बिलाई होए गए। सिंह का अर्थ हुंदा शेर, बिलाई का अर्थ बिल्ली हुंदा है। सतगुरु जी कहंदे हंकार जिहड़ा शेर दी न्याई जिस मनुख दे अंदर है, जिहड़ा किसी नूं बंदे नूं बंदा नहीं समझदा, कि जे किते संगत करन लग जावे, मारे कहंदे उहदा हंकार शेर वर्गा बिल्ली वर्गा हो जाएगा। सिंह बिलाई होए गए। तृण मेर दिखीता। सतगुरु कहंदे आ तीला जिहड़ा है ना, तीला वो एक वड्डियां वड्डियां परबतां नूं अपने आसरे ते रोक लवेगा। आ वाहिगुरू आ पुराणा दी कथा है साध संगत, कि आ जदों 5 पांडव होए आ, जदों ये आखिरी समय आए, इन्हां ने कहा महाराज सानू दिखाओ हाँ कलयुग कैसा है।
ਉਹਨਾਂ ਦੇ ਵਿੱਚੋਂ ਇੱਕ ਨੇ ਦੇਖਿਆ ਸੀ ਕਿ ਇੱਕ ਪਰਬਤ ਉੱਪਰਲੀ ਚੋਟੀ ਤੋਂ ਡਿੱਗਾ। ਉਹ ਡਿੱਗਦਾ 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 ਵੱਡੀਆਂ ਵੱਡੀਆਂ ਸਾਧ ਸੰਗਤ ਉਹ ਪਹਾੜਾਂ ਨੂੰ ਚੀਰਦਾ ਹੋਇਆ, ਰੁੱਖਾਂ ਨੂੰ ਤੋੜਦਾ ਹੋਇਆ ਡਿੱਗਦਾ ਹੁੰਦਾ। ਹੇਠਾਂ ਇੱਕ ਨਿੱਕਾ ਜਿਹਾ ਤੀਲਾ ਪਿਆ, ਉਸ ਤੀਲੇ ਦੇ ਸਹਾਰੇ ਆਣ ਕੇ ਰੁਕ ਜਾਂਦਾ। ਉਹਨਾਂ ਫਿਰ ਕਿਹਾ, ਵਾਹਿਗੁਰੂ ਇਹ ਕੀ ਖੇਡ ਹੋਈ? ਤੇ ਉੱਥੇ ਪਰਮੇਸ਼ਰ ਵਾਹਿਗੁਰੂ ਨੇ ਕਿਹਾ, ਇਹ ਖੇਡ ਇਸ ਤਰ੍ਹਾਂ ਹੈ ਕਿ ਵੱਡੇ ਵੱਡੇ ਹੰਕਾਰੀ ਲੋਕ ਜਿਹੜੇ ਹਨ ਉਹ ਵੀ ਨਾਮ ਜਪ ਕੇ ਇੱਕ ਤੀਲੇ ਦੇ ਆਸਰੇ ਜਿਹੜਾ ਆਪਣਾ ਆਪ ਖਿਲਾਰ ਲੈਣਗੇ, ਨਾਮ ਜਪ ਕੇ ਇਸ ਕਲਯੁਗ ਦੇ ਵਿੱਚ। ਉਹੀ ਸਤਿਗੁਰੂ ਬਖਸ਼ਿਸ਼ ਕਰਦੇ ਮਾਰੇ ਕਹਿੰਦੇ, ਵੱਡੇ ਵੱਡੇ ਹੰਕਾਰੀ ਪਹਾੜਾਂ ਵਰਗੇ ਨਾਮ ਜਪ ਕੇ ਆਪਣੇ ਆਪ ਨੂੰ ਤੀਲੇ ਦੇ ਸਹਾਰੇ, ਇੱਕ ਨਾਮ ਦੇ ਸਹਾਰੇ ਆਪਣਾ ਜੀਵਨ ਬਦਲ ਲੈਣਗੇ। ਸ਼ਰਮ ਕਰਤੇ ਦਮ ਅੱਡ ਕੋ ਤੇ ਗਣਿਤ ਨੀਤਾ। ਸ਼ਰਮ ਦਾ ਅਰਥ ਹੁੰਦਾ ਮਿਹਨਤ, ਕਰਤੇ ਅੱਧ ਡਾਮ ਕੋ। ਮਾਰੇ ਕਹਿੰਦੇ ਕਈ ਮਿਹਨਤ ਕਰਦੇ ਅੱਧੀ ਦਮੜੀ ਵਾਸਤੇ, ਉਹਨਾਂ ਤੇ ਗੁਰੂ ਕਿਰਪਾ ਕਰੇਗਾ, ਉਹ ਧਨੀ ਧਨੀਤਾ ਗਣਿਤ ਨੀਤਾ ਹੋ ਜਾਣਗੇ। ਉਹਨਾਂ ਦੇ ਕੋਲ ਧਨ ਵੱਧ ਜਾਵੇਗਾ, ਬੇਅੰਤ ਧਨ ਉਹਨਾਂ ਦੇ ਕੋਲ ਆ ਜਾਂਦਾ ਹੈ। ਜਿਹੜੇ ਸੰਗਤ ਕਰਦੇ ਆ, ਨਾਮ ਦਾ ਧਨ ਵੀ ਤੇ ਸੰਸਾਰ ਦੇ ਪਦਾਰਥ ਵੀ ਉਹਨਾਂ ਕੋਲ ਆ ਜਾਂਦੇ। ਇੱਕ ਸ਼ਬਦ ਵਰਤਦੇ ਸੰਸਾਰ ਦੇ ਲੋਕ ਕਿ ਕੰਮ ਹੀ ਪੂਜਾ, ਤੇ ਸਾਧ ਸੰਗਤ ਇਹ ਸ਼ਬਦ ਭਾਵੇਂ ਲੋਕ ਵਰਤਦੇ ਆ, ਪਰ ਸਾਧ ਸੰਗਤ ਜੇ ਗੁਰੂ ਦੀ ਸੰਗਤ ਕਰਾਂਗੇ, ਪੂਜਾ ਕਰਾਂਗੇ, ਤੇ ਕੰਮ ਦੇ ਵਿੱਚ ਵੀ ਗੁਰੂ ਰਹਿਮਤ ਕਰ ਦਿੰਦਾ। ਸੰਗਤ ਕਰਨੀ ਜ਼ਰੂਰੀ ਹੈ। ਕੰਮ ਨੂੰ ਪੂਜਾ ਸਮਝਣਾ ਮਾੜੀ ਗੱਲ ਨਹੀਂ ਹੈ, ਪਰ ਵਿਸ਼ੇਸ਼ ਤੌਰ ਤੇ ਆਪਣੇ ਆਪ ਨੂੰ ਟਿਕਾਉਣ ਵਾਸਤੇ ਸੰਗਤ ਜ਼ਰੂਰੀ ਹੈ। ਇਸੇ ਕਰਕੇ ਸਤਿਗੁਰਾਂ ਨੇ ਸਾਨੂੰ ਅੰਮ੍ਰਿਤ ਵੇਲਾ ਦਿੱਤਾ ਕਿ ਭਾਈ ਸੰਗਤ ਵਿੱਚ ਆਓ ਤੇ ਇੱਥੇ ਆਣ ਕੇ ਰੱਬ ਦੀ ਬੰਦਗੀ ਕਰਕੇ ਫਿਰ ਆਪਣੇ ਕੰਮਾਂ ਕਾਰਾਂ ਨੂੰ ਜਾਓ। ਕਿਉਂ? ਕਿਉਂਕਿ ਇੱਥੇ ਤੁਹਾਨੂੰ ਸਬਰ, ਸੰਤੋਖ, ਨਾਮ, ਬੰਦਗੀ ਸਿੱਖਣ ਲਈ ਮਿਲੇਗਾ। ਸਤਿਗੁਰ ਕਹਿੰਦੇ ਉਹ ਵੀ ਧਨੀ ਗਣੀ ਧਨੀਤਾ ਹੋ ਜਾਂਦੇ ਆ। ਕਵਨ ਵਡਾਈ ਕਹਿ ਸਕੂੰ ਬੇਅੰਤ ਗੁਣੀਤਾ। ਵਾਹਿਗੁਰੂ ਜੀ ਤੁਹਾਡੀ ਕਿਹੜੀ ਵਡਿਆਈ ਕਹਾਂ ਸਤਿਗੁਰੂ ਜੀ, ਤੁਹਾਡੀ ਸੰਗਤ ਦੀ ਕੀ ਵਡਿਆਈ ਕਹਾਂ। ਬੇਅੰਤ ਗੁਣੀਤਾ, ਬੇਅੰਤ ਗੁਣਾਂ ਦੇ ਨਾਲ ਤੁਹਾਡੀ ਵਡਿਆਈ ਭਰੀ ਪਈ ਹੈ। ਸੰਗਤ ਦੀ ਵਡਿਆਈ 'ਚ ਬੇਅੰਤ ਗੁਣ ਹਨ। ਕਰ ਕਿਰਪਾ ਮੋਏ ਨਾਮ ਦੇਹੋ ਨਾਨਕ ਦਰ ਸਰੀਤਾ। ਕਿਰਪਾ ਕਰਕੇ ਸਾਨੂੰ ਆਪ ਜੀ ਨਾਮ ਦੀ ਬਖਸ਼ਿਸ਼ ਕਰ ਦਿਓ। ਅਸੀਂ ਤੁਹਾਡੇ ਦਰ ਤੇ ਆਣ ਕੇ ਝੁਕ ਗਏ ਹਾਂ। ਦਰ ਸਰੀਤਾ, ਤੁਹਾਡੇ ਦਰ ਤੇ ਆਣ ਕੇ ਅਸੀਂ ਤੁਹਾਡੇ ਕੋਲੋਂ ਮੰਗਦੇ ਹਾਂ। ਕਿਰਪਾ ਕਰਕੇ ਸਾਨੂੰ ਵੀ ਨਾਮ ਦੀ ਦਾਤ ਬਖਸ਼ਿਸ਼ ਕਰ ਦਿਓ, ਸਾਨੂੰ ਵੀ ਸੰਗਤ ਦੀ ਦਾਤ ਬਖਸ਼ਿਸ਼ ਕਰ ਦਿਓ, ਤਾਂ ਕਿ ਸਾਡਾ ਵੀ ਜੀਵਨ ਜਿਹੜਾ ਬਦਲ ਸਕੇ। ਸਤਿਗੁਰੂ ਰਹਿਮਤ ਕਰਨ ਅੱਜ ਦਾ ਪਾਵਨ ਸ਼ਬਦ ਹਿਰਦੇ ਵਿੱਚ ਵਸੇ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਕਿ ਭਾਈ ਸੰਗਤ ਕਰਿਆ ਕਰੋ। ਸੰਗਤ ਕਰਨ ਦੇ ਨਾਲ ਜੀਵਨ ਦੀਆਂ ਸਾਰੀਆਂ ਔਕੜਾਂ, ਸਾਰੇ ਹੱਲ ਜਿਹੜੇ ਉਹ ਤੁਹਾਨੂੰ ਮਿਲ ਜਾਣਗੇ। ਕਥਾ, ਕੀਰਤਨ ਇਹ ਸਰਵਣ ਕਰਕੇ ਹੀ ਤੁਹਾਡਾ ਜੀਵਨ ਜਿਹੜਾ ਤਬਦੀਲ ਹੋਣਾ ਹੈ। ਸਤਿਗੁਰੂ ਰਹਿਮਤ ਕਰਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਮਾਪਤੀ ਹੈ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂਗਾਵ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।